अस्सलाम वालेकुम नाज़रीन, मैं ਤੁਹਾਡਾ ਹੋਸਟ ਜ਼ਾਹਿਰ ਮੁਸ਼ਤਾਕ ਡੋਗਰ ਤੇ ਇਸ ਵਕਤ ਅਸੀਂ ਮੌਜੂਦ ਹਾਂ ਆਪਦੇ ਜ਼ਾਤੀ ਪਿੰਡ ਦੇ ਵਿੱਚ ਤੇ ਸਾਡੇ ਪਿੱਛੇ ਤੁਸੀਂ ਸੀਨ ਚੈੱਕ ਕਰ ਰਹੇ ਹੋ ਉਹਦੇ ਕਿੰਨੇ ਖੂਬਸੂਰਤ ਸੀਨ ਨੇ ਲੇਕਿਨ ਉਹਦੀ ਖੂਬਸੂਰਤ ਸੂਰਤ ਹਾਲ ਸਾਡੇ ਮੁਲਕ ਦੇ ਵਿੱਚ ਨਹੀਂ ਹੈਗੀ। ਇਸ ਵਕਤ ਮੇਰੇ ਨਾਲ ਮੌਜੂਦ ਨੇ ਐਸਐਨ ਤਾਰਕ ਗਿੱਲ ਜੋ ਕਿ ਯੂਆਈਟੀ ਲਾਹੌਰ ਤੋਂ ਗ੍ਰੈਜੂਏਟਡ ਨੇ ਤੇ ਇਹਨਾਂ ਕੋਲੋਂ ਪੁੱਛਨੇ ਆ ਕਿ ਅੱਜ ਕੱਲ ਜੋ ਮਾਮਲਾਤ ਚੱਲ ਰਹੇ ਨੇ ਈਰਾਨ ਤੇ ਇਸਰਾਈਲ ਤੇ ਅਮਰੀਕਾ ਦੀ ਜੰਗ ਉਹਦੇ ਬਾਰੇ ਪੁੱਛਨੇ ਆ ਤੇ ਇੱਕ ਹੋਰ ਸਾਡਾ ਕੁਐਸਚਨ ਹੋਵੇਗਾ ਕਿ ਜਿਹੜੇ ਮਰਜ਼ੀ ਮੁਲਕਾਂ ਦੀ ਜੰਗ ਹੋ ਜਾਵੇ ਵਿੱਚ ਨੁਕਸਾਨ ਪਾਕਿਸਤਾਨ ਦਾ ਕਿਉਂ ਹੁੰਦਾ ਹੈ ਕਿਉਂਕਿ ਆਵਾਮ ਪਾਕਿਸਤਾਨ ਦੀ ਪਿਸ ਰਹੀ ਹੈ, ਪੈਟਰੋਲ ਮਹਿੰਗਾ ਹੈ, ਦਵਾਈ ਮਹਿੰਗੀ ਹੈ, ਜੋ ਏਸ਼ੀਆਈ ਖੁਰਦੋਨੋਸ਼ ਨੇ ਉਹ ਮਹਿੰਗੀਆਂ ਹੋ ਚੁੱਕੀਆਂ। ਟੋਟਲੀ ਜਿੰਨਾ ਵੀ ਬਰਡਨ ਆ ਰਿਹਾ ਉਹ ਪਾਕਿਸਤਾਨ ਦੀ ਆਵਾਮ ਤੇ ਆ ਰਿਹਾ ਤੇ ਬਿਲਕੁਲ ਕਿਸੇ ਵੀ ਮਤਲਬ ਵਕਤ ਜ਼ਾਇਆ ਕਿਤੇ ਅਸੀਂ ਜਾਣੇ ਆ ਐਸਨ ਤਾਰਕ ਦੀ ਤਰਫ। ਐਸਨ ਭਾਈ ਸਭ ਤੋਂ ਪਹਿਲੇ ਤਾਂ ਖੁਸ਼ਮਦੀਦ, ਤੁਸੀਂ ਸਾਡੇ ਚੈਨਲ ਲਈ ਵਕਤ ਕੱਢਿਆ, ਬੜਾ ਤੁਹਾਡਾ ਇੰਪੋਰਟੈਂਟ ਵਕਤ ਹੈ, ਤੁਸੀਂ ਸਾਨੂੰ ਟਾਈਮ ਦਿੱਤਾ, ਬਹੁਤ ਸ਼ੁਕਰੀਆ। सारा क्वेश्चन ਜਿਹੜਾ ਪਹਿਲਾ क्वेश्चन है बड़ा एक अथेंटिक क्वेश्चन है। क्वेश्चन कुछ यूं है भी ਇਹ ਜਿਹੜਾ ईरान ਤੇ ਇਸਰਾਈਲ ਅਮਰੀਕਾ ਦੀ ਜੰਗ ਲੱਗੀ ਪਾਕਿਸਤਾਨ ਤੇ ਇਨਵੋਲਵ ਨਹੀਂ ਹੈਗਾ ਲੇਕਿਨ ਨੁਕਸਾਨ ਪਾਕਿਸਤਾਨ ਦਾ ਕਿਉਂ ਹੋ ਰਿਹਾ ਹੈ, ਇਹ क्वेश्चन ਹੈ ਸਾਡਾ ਪਹਿਲਾ। ਇਹਦੇ ਬਾਰੇ ਤੁਸੀਂ ਤੁਹਾਡੀ ਜੋ ਸੋਚ ਹੈ ਕੀ ਕੰਮ ਕਰਦੀ ਹੈ, ਤੁਸੀਂ ਵੀ ਬੜੇ ਨੌਲੇਜ ਦੇ ਮਤਲਬ ਨੌਲੇਜ ਹੈਗਾ ਤੁਹਾਡੇ ਕੋਲ, ਬੜੇ ਜ਼ਹੀਨ ਬੱਚੇ ਹੀ ਤੁਸੀਂ ਯੂਆਈਟੀ ਲਾਹੌਰ ਤੋਂ ਗ੍ਰੈਜੂਏਟਡ ਜੇ, ਕੀ ਤੁਹਾਡਾ ਮਤਲਬ ਇਹਦੇ ਬਾਰੇ ਤਾਸਰਾਤ ਨੇ? ਜੀ ਭਾਈਜਾਨ ਗੱਲ ਇਹ ਆ ਕਿ ਪਾਕਿਸਤਾਨ ਹੈ ਨਾ, ਜਿਹੜਾ ਪਾਕਿਸਤਾਨ ਹਾਂਜੀ ਇਹ ਜੰਗ ਜਿਹੜੀ ਹੁੰਦੀ ਨਾ ਉਹਦੇ ਤੋਂ ਫਾਇਦਾ ਵੀ ਚੁੱਕਦਾ ਫਾਇਦਾ ਵੀ ਚੁੱਕਦਾ ਤੇ ਇਹਨਾਂ ਨੂੰ ਨੁਕਸਾਨ ਪਤਾ ਨਹੀਂ ਕੀ ਅੱਲਾ ਵੱਲੋਂ ਹੀ ਹੋ ਜਾਂਦਾ, ਅੱਲਾ ਵੱਲੋਂ ਹੋ ਜਾਂਦਾ। ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਪਈ ਵੀ ਵੇਖ ਲਓ ਬਣਾਏ ਹੁਰਮਜ਼ ਉੱਥੋਂ ਪਾਕਿਸਤਾਨ ਦੇ ਜਹਾਜ਼ ਵੀ ਟੱਪਦੇ ਪਏ, ਜਹਾਜ਼ ਵੀ ਟੱਪ ਰਹੇ ਨੇ, ਪੈਟਰੋਲ ਸਾਡਾ ਫਿਰ ਮਹਿੰਗਾ ਹੋ ਗਿਆ। ਪੈਟਰੋਲ ਮੇਨ ਜਿਹੜਾ ਮੁੱਦਾ ਹੈ ਕੁਐਸਚਨ ਉਹ ਆ ਉਹ ਗੱਲ ਹੈ ਵੀ ਜਹਾਜ਼ ਵੀ ਸਾਡੇ ਟੱਪ ਰਹੇ ਨੇ, ਹਾਂ ਪਤਾ ਨਹੀਂ ਕਿੰਨੇ ਕੰਟੇਨਰ ਪਿਛਲੇ ਹਾਲਿਆ ਦਿਨਾਂ ਵਿੱਚ ਪਾਕਿਸਤਾਨ ਪਹੁੰਚ ਚੁੱਕੇ ਨੇ। ਆ ਤੇ ਫਿਰ ਪੈਟਰੋਲ ਸਾਡਾ ਫੇਰ ਵੀ 458 ਤੋਂ ਪਿੱਛੇ ਵਾਪਸ ਮੁੜਿਆ, 378 ਰੁਪਏ ਤੇ ਚੱਲਦਾ ਪਿਆ। ਉਹਨਾਂ ਨਾਲ ਵੀ ਜਿਹੜੇ ਜਹਾਜ਼ ਦੇ ਡੰਡੇ ਤੇ ਲਾ ਕੇ ਨਾ ਪਾਕਿਸਤਾਨ ਦਾ ਝੰਡਾ ਉਹ ਟੱਪਦੇ ਨੇ, ਉਹ ਟਰੰਪ ਨੇ ਕਿਹਾ ਜਿਹੜਾ ਡੰਡਾ ਹੁੰਦਾ ਨਾ ਡੰਡਾ ਉਹ ਵਾਮ ਨੂੰ ਦੇ ਦਿੰਦੇ ਨੇ, ਵਾਮ ਨੂੰ ਦੇ ਦਿੰਦੇ। ਬਿਲਕੁਲ ਸਹੀ, ਬਿਲਕੁਲ ਸਹੀ ਜਵਾਬ ਦਿੱਤਾ। ਕੰਮ ਐਵੇਂ ਹੁੰਦਾ ਪਿਆ, ਕੰਮ ਇੰਜ ਹੁੰਦਾ ਪਿਆ। ਹੁਣ ਤੁਸੀਂ ਕੀ ਸੋਚਦੇ ਹਾਲਿਆ ਦਿਨਾਂ ਵਿੱਚ ਕੀ ਪੇਸ਼ਰਫਤ ਹੋ ਸਕਦੀ ਹੈ, ਅੱਜ ਜੰਗ ਕਿਸ ਤਰਫ ਜਾ ਸਕਦੀ ਹੈ? ਜੰਗ ਦੇ ਦੋ ਪਹਿਲੂ ਨੇ, ਜਾਂ ਤਾਂ ਇਹ ਰੁਕ ਸਕਦੀ ਪਰ ਰੁਕਦੀ ਨਜ਼ਰ ਕੋਈ ਨਹੀਂ ਆਉਂਦੀ ਪਈ, ਇਹ ਲੌਂਗ ਟਰਮ ਚੱਲੇਗੀ। ਜਿਵੇਂ ਤੁਸੀਂ ਪਿਛਲੀ ਜੰਗਾਂ ਵੇਖਿਆ ਕਿ ਅਫਗਾਨਿਸਤਾਨ ਨਾਲ ਜੰਗ ਹੋਈ ਰਸ਼ੀਆ ਦੀ, ਉਹ ਵੀ ਬੜਾ ਕੋਈ 20 ਸਾਲ ਚੱਲੀ ਤੇ ਉਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਉਹ ਵੀ ਕੋਈ 20 ਸਾਲ ਚੱਲੀ। ਨਹੀਂ ਇਹ ਕੈਪੇਬਿਲਿਟੀ ਹੈਗੀ ਈਰਾਨ ਦੀ ਵੀ ਉਹ ਐਡੀ ਲੰਮੀ ਜੰਗ ਕਰ ਸਕਦੇ ਨੇ। ਦੂਸਰਾ ਇੱਕ ਹੋਰ ਕੁਐਸਚਨ ਹੈ ਟਰੰਪ ਤੇ ਜੋ ਉਹਦੇ ਮੁਲਕ ਦੇ ਵਿੱਚ ਉਹਦੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਹਾਂਜੀ ਹਾਂਜੀ, ਕਿਉਂਕਿ ਜੇ ਮੈਂ ਕੱਲ ਪੋਸਟਾਂ ਚੈੱਕ ਕਰ ਰਿਹਾ ਸਾਂ, ਈਰਾਨ ਦੇ ਜੋ ਮਤਲਬ ਵਜ਼ੀਰ ਦਾਖਲਾ ਉਹਨੇ ਪੋਸਟ ਕੀਤੀ ਸੀ ਇਹ ਮਤਲਬ ਰਜੀਮ ਚੇਂਜ ਸਾਡੇ ਮੁਲਕ ਚ ਕਰਨਾ ਚਾਹੁੰਦੇ ਸੀ। ਰਜੀਮ ਚੇਂਜ ਕਾਮਯਾਬੀ ਨਾਲ ਅਮਰੀਕਾ ਚ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਟਰੰਪ ਦੀ ਜਿਹੜੀ ਸਦਾਰਤ ਹੈਗੀ ਉਹ ਖਤਰੇ ਵਿੱਚ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਤੁਸੀਂ ਪਿੱਛੇ ਜਿਹਾ ਵੇਖਿਆ ਹੋਏਗਾ ਕਿ ਬਹੁਤ ਵੱਡਾ ਇhtਜਾਜ ਹੋਇਆ ਅਮਰੀਕਾ ਚ, 2 ਮਿਲੀਅਨ ਲੋਕ ਜਿਹੜੇ ਰਿਪੋਰਟ ਕੀਤੇ ਗਏ ਨੇ ਅਮਰੀਕਾ ਚ, ਬਹੁਤ ਜ਼ਿਆਦਾ ਤਾਦਾਦ। ਅਸਲ ਵਿੱਚ ਟੋਟਲੀ ਜਿੰਨੀ ਵੀ ਉਹਨਾਂ ਦੀ ਆਵਾਮ ਹੈ ਉਹ ਉਹਨਾਂ ਦੇ ਮਤਲਬ ਜੋ ਹੁਕੂਮਤ ਹੈਗੀ ਉਹਦੇ ਖਿਲਾਫ ਹੈ। ਐਵੇਂ ਹੀ ਜਿਹੜੇ ਉਹਨਾਂ ਦੇ ਫੌਜੀ ਨੇ ਉਹ ਮਤਲਬ ਉਹਨਾਂ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਵਿੱਚ ਉਹ ਕਹਿ ਰਹੇ ਨੇ ਅਸੀਂ ਇਸਰਾਈਲ ਦੀ ਜੰਗ ਆਦਤ ਮੁਸਲਤ ਨਹੀਂ ਕਰਨਾ ਚਾਹੁੰਦੇ, ਲੇਕਿਨ ਉਹ ਟਰੰਪ ਦੀ ਪਤਾ ਨਹੀਂ ਕੀ ਸਾਈਕੀ ਉਹ ਕੀ ਸਾਬਤ ਕਰਨਾ ਚਾਹੁੰਦਾ। ਇਸਰਾਈਲ ਦੀ ਜੰਗ ਉਹਨੇ ਆਪਦੇ ਤੇ ਲੈ ਲਈ, ਉਹ ਬਸ ਇਸਰਾਈਲ ਦੇ ਚੱਕਰਾਂ ਚ ਉਹਨੂੰ ਬਸ ਨਾ ਉਹਦਾ ਜਿਹੜਾ ਇੱਕ ਹੈਗਾ ਉਹ ਵਜ਼ੀਰ ਹੈਗਾ ਕਿ ਜਿਹੜਾ ਦਫਾਈ ਵਜ਼ੀਰ ਹੈ ਤੇ ਆ ਜਿਹੜਾ ਇਸਰਾਈਲੀ ਹੈ ਇਹਨਾਂ ਰਲ ਮਿਲ ਕੇ ਟਰੰਪ ਨੂੰ ਬਣਾ ਲਿਆ ਬੇਵਕੂਫ ਤੇ ਟਰੰਪ ਵਿਚਾਰਾ ਗਾਇਬ ਬਣ। ਤੇ ਤੁਸੀਂ ਕੀ ਮਤਲਬ ਕੀ ਸੋਚ ਰਿਹਾ ਇਹ ਵੀ ਟਰੰਪ ਦੁਬਾਰਾ ਆ ਸਕਦਾ ਹੈ ਹਕੂਮਤ? ਅਗਲੀ ਵਾਰੀ ਟਰੰਪ ਨਹੀਂ ਆਉਂਦਾ ਦਿਸਦਾ ਪਿਆ, ਬਾਕੀ ਕੋਈ ਹੋਰ ਬੰਦਾ। ਬਿਲਕੁਲ ਸਹੀ ਬਾਈ ਕਹਿ ਰਹੇ ਨੇ ਕਿਉਂਕਿ ਰਜੀਮ ਚੇਂਜ ਈਰਾਨ ਵਿੱਚ ਕਰਨਾ ਚਾਹੁੰਦੇ ਸੀ ਲੇਕਿਨ ਉਹ ਅਮਰੀਕਾ ਚ ਹੋ ਗਈ ਹੈ, ਕਾਮਯਾਬੀ ਨਾਲ ਹੋ ਗਈ। ਟਰੰਪ ਆ ਭੁੱਲ ਜਾਵੇ ਵੀ ਮੈਂ ਕਿਤੇ ਹਕੂਮਤ ਚ ਆ ਸਕਦਾ। ਬਾਕੀ ਤੇਲ ਦੀ ਕੀਮਤ ਜੋ ਪਾਕਿਸਤਾਨ ਚ ਵੱਧ ਚੁੱਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਜਾਂ ਕੰਟਰੋਲ ਹੋ ਸਕਦੀ ਹੈ ਤੇ ਉੱਤੇ ਜਾਏਗਾ ਕੰਮ? ਇਹ ਲਾਲਾ ਜੀ ਇੱਕ ਵਾਰੀ ਜਿਹੜੀ ਵੱਧ ਗਈ ਨਾ, ਅੱਛਾ ਉਹ ਤਾਂ ਗਈ ਵੱਧ। ਇਹ ਹੁਣ 378 ਰੁਪਏ ਆ ਤੇ ਕੋਈ 4 ਕੁ ਸਾਲ ਲੱਗ ਜਾਂਦੇ ਦੁਬਾਰਾ ਆਵੇ ਦੀ ਕੋਈ 300 ਤੇ ਮਸੇ। ਇਹ ਹੁਣ ਕਣਕ ਹੈ ਆਪਣੇ ਸਾਹਮਣੇ, ਇਹਦਾ 3500 ਮਨ ਰੇਟ ਹੈ ਤੇ ਜਿਹੜਾ ਪੈਟਰੋਲ ਹੈ ਡੀਜ਼ਲ 500 ਤੇ ਪਤਾ ਨਹੀਂ ਕਿੰਨੇ ਰੁਪਏ ਆ ਤੇ ਪੈਟਰੋਲ 378 ਰੁਪਏ ਆ। ਮੈਨੂੰ ਦੱਸੋ ਵੀ ਕਿਸਾਨ ਆ ਕਿਵੇਂ ਆ ਸਾਰਾ ਕੁਝ ਮੈਨੇਜ ਕਰ ਸਕਦੇ? ਨਹੀਂ ਕਰ ਸਕਦਾ। ਤੁਸੀਂ ਤਾਂ ਚਲੋ ਲਾਹੌਰ ਰਹਿੰਦੇ ਜੇ, ਤੁਹਾਡੇ ਕੋਈ ਹੋਰ ਮਾਮਲਾ ਨੇ ਉਹਨਾਂ ਤੁਹਾਨੂੰ ਬਾਅਦ ਨਹੀਂ ਇਹਨਾਂ ਬਾਰੇ ਪਤਾ ਹੋਣਾ, ਲੇਕਿਨ ਇੱਕ ਕਿਸਾਨ ਨੇ ਜਿਹੜਾ ਕਿ 30,000 ਵਿੱਚ ਪਹਿਲੀ ਪੂਰੀ ਬਣਾ ਕੇ ਬੀਜ ਲੈਂਦਾ ਸੀ, ਹੁਣ ਉਹਨੇ ਡੀਜ਼ਲ ਜਦੋਂ 500 ਲੀਟਰ ਮਿਲਣਾ ਹੈ ਕਿਵੇਂ ਮੈਨੇਜ ਕਰੇਗਾ? ਕਿਸਾਨ ਤਾਂ ਮਰ ਗਿਆ। ਇਹ ਸਾਡਾ ਸੋਨਾ, ਇਹਨੂੰ ਅਸੀਂ ਸੋਨਾ ਆਣਿਆ ਤੇ ਹੈਗਾ ਵੀ ਸੋਨਾ ਹੈ ਕਿਉਂਕਿ ਇਹਦੇ ਤੋਂ ਬਿਨਾ ਦੁਨੀਆ ਕਾਇਮ ਨਹੀਂ ਰਹਿ ਸਕਦੀ, ਇਹਦੇ ਤੋਂ ਬਿਨਾ ਦੁਨੀਆ ਕੁਛ ਵੀ ਨਹੀਂ ਦੀ। ਇਹ 3500 ਹੈ, 3500 ਦਾ ਮਾਨ ਹੈ ਤੇ ਉਹ 1 ਲੀਟਰ 500 ਰੁਪਏ ਦਾ, ਤੇ ਕਿਵੇਂ ਯਾਰ ਕਿਸਾਨ ਦੀ ਜ਼ਿੰਦਗੀ
मैं सोच सोच के हैरान होना भी दुनिया किस तरफ जा रही है, तो ਜਿਹੜੀ ਸਾਡੀ ਹਕੂਮਤ ਹੈ ਉਹ ਸਾਨੂੰ ਨੋਚ ਨੋਚ ਤੇ ਖਾ ਤੇ ਰਹੀ ਹੈ, ਲੇਕਿਨ ਉਹ ਆ ਨਹੀਂ ਆਦੇ ਵੀ ਉਹਨਾਂ ਨੂੰ ਥੋੜਾ ਥੋੜਾ ਖਾਈਏ, ਥੋੜਾ ਥੋੜਾ 4-5 ਸਾਲ ਗਰੀਬ ਜ਼ਿੰਦਾ ਰਹਿ ਲੈਣ। ਹੁਣ ਜਿਹੜੇ ਆ ਮਤਲਬ ਇਹਨਾਂ ਨਵੇਂ ਟੈਕਸ ਲਗਾ ਰਹੇ ਨੇ, ਹਰ ਚੀਜ਼ ਸਾਡੇ ਤੇ ਮਤਲਬ ਮੁਸੱਲਤ ਕਰ ਰਹੇ ਨੇ, ਉਹ ਸਾਨੂੰ ਇਹੀ ਨਜ਼ਰ ਆ ਰਿਹਾ ਵੀ 1 ਸਾਲ ਵਿੱਚ ਨਾ ਪਾਕਿਸਤਾਨ ਨੂੰ ਨੌਬਰਾਉਣਾ ਖਾਣਾ ਚਾਹੁੰਦੇ ਨੇ। ਦੀਮਕ ਦੀ ਤਰ੍ਹਾਂ ਵੀ ਸਾਨੂੰ ਚਟਨ ਚਲੋ ਅਸੀਂ ਕਮਜ਼ੋਰ ਹੋਈਏ, ਕੋਈ 4 ਸਾਲ ਜ਼ਿੰਦਾ ਤਾਂ ਰਹੀਏ, ਸਾਨੂੰ ਉਹ ਵੀ ਕੋਈ ਸੀਨ ਨਜ਼ਰ ਨਹੀਂ ਪਿਆ ਆਉਂਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ, ਕਿਸਾਨਾਂ ਨਾਲ ਕੀ ਜ਼ੁਲਮ ਹੋ ਰਿਹਾ, ਕੀ ਜ਼ਿਆਦਤੀ ਹੋ ਰਹੀ ਹੈ, ਤੇ ਇਹ ਕੋਈ ਸੂਰਤ-ਹਾਲ ਜਿਹੜੀ ਇਹ ਕੰਟਰੋਲ ਵੀ ਹੋ ਸਕਦੀ ਹੈ ਤੇ ਤੁਹਾਨੂੰ ਨਹੀਂ ਕੰਟਰੋਲ ਹੁੰਦੀ ਨਜ਼ਰ ਆ ਰਹੀ? ਪਾਕਿਸਤਾਨ 'ਚ ਕਿਸਾਨ ਵਿਚਾਰਾ 70 ਸਾਲ ਤੋਂ ਪਿੱਟਦਾ ਪਿਆ। ਇੰਡੀਆ ਅੱਗੇ ਅੰਡਰ ਕੰਟਰੋਲ ਸਿਚੁਏਸ਼ਨ ਸੀ, ਅੰਡਰ ਕੰਟਰੋਲ ਸੀ ਇੰਡੀਆ, ਲੇਕਿਨ ਹੁਣ ਨਜ਼ਰ ਨਹੀਂ ਆ ਰਹੀ। ਇੰਡੀਆ ਵੇਖ ਲਓ, ਪਾਕਿਸਤਾਨ ਵੇਖ ਲਓ, ਠੀਕ। ਪਾਕਿਸਤਾਨੀ ਸਾਰੇ ਕਹਿੰਦੇ ਨੇ, ਦੂਜੇ ਸੂਬਿਆਂ ਦੇ ਲੋਕ ਕਹਿੰਦੇ ਨੇ ਜੀ ਇਹ ਜਿਹੜਾ ਪਾਕਿਸਤਾਨ ਹੋਏਗਾ ਹੀ ਸਿਰਫ ਪੰਜਾਬੀਆਂ ਦਾ, ਠੀਕ। ਪਰ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਨੁਕਸਾਨ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀਆਂ ਦਾ ਹੋਇਆ। ਕਿਉਂ? ਇੰਡੀਆ ਨੇ ਕੀ ਕੀਤਾ, ਜਿੰਨੇ ਡੈਮ ਬਣਾਏ ਨੇ ਉਹ ਇਹ ਆਪਾਂ ਤਾਂ ਆਖੀਦਾ ਨਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਸਾਡੇ ਪਾਕਿਸਤਾਨ ਵਾਲੀ ਸਾਈਡ ਤੇ ਸੁੱਕ ਗਿਆ, ਇਹ ਪਾਕਿਸਤਾਨੀ ਇੰਡੀਆ ਦੀ ਸਾਈਡ ਤੇ ਵੀ ਦਰਿਆ ਮਾਰ ਗਏ। ਜਿਹੜੀ ਉਹ ਪੰਜਾਬ ਸੀ ਨਾ, ਪੰਜਾਂ ਦਰਿਆਵਾਂ, ਉਹ ਖਤਮ ਹੋ ਗਿਆ। ਇੰਡੀਆ ਨੇ ਉਹ ਜਿਹੜਾ ਇੰਡੀਆ 'ਚ ਪੰਜਾਬ ਹੈ ਉਹਦੇ ਤੋਂ ਪਿੱਛੇ ਹੀ ਸਾਰਾ ਕੁਝ ਰੋਕ ਦਿੱਤਾ, ਸਭ ਕੁਝ ਉਹਨਾਂ ਨੂੰ ਉਧਰ ਹੀ। ਤੇ ਪੰਜਾਬ ਉਧਰ ਦਾ ਵੀ ਲੁੱਟਿਆ ਗਿਆ ਤੇ ਪੰਜਾਬ ਸਾਡਾ ਇੱਧਰ ਦਾ ਵੀ ਲੁੱਟਿਆ ਗਿਆ। ਜਿਹੜਾ ਪਿੱਛੇ ਪਾਣੀ ਆਇਆ, ਇਹ ਵੀ ਇੱਕ ਮਤਲਬ ਆਵਾਮ ਨੇ ਕੰਪੇਨ ਸਟਾਰਟ ਕੀਤੀ ਸੀ। ਇਹ ਜਿਹੜਾ ਪਾਣੀ ਇਹ ਬਿਨਾਂ ਵਜ੍ਹਾ ਤੋਂ ਸਲਾਬ ਨਹੀਂ ਆਪਣੇ ਤੇ, ਇਹ ਆਪਣੇ ਤੇ ਸਲਾਬ ਮੁਸੱਲਤ ਕੀਤਾ ਗਿਆ ਪੰਜਾਬ ਤੇ, ਚਾਹੇ ਉਹ ਇੰਡੀਆ ਦਾ ਪੰਜਾਬ ਹੋਵੇ ਜਾਂ ਪਾਕਿਸਤਾਨ ਦਾ ਪੰਜਾਬ ਹੋਵੇ। ਇਹ ਡੈਮਾਂ ਵਿੱਚ ਪਾਣੀ ਇਕੱਠਾ ਕਰਦੇ ਨੇ, ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਸਾਰਾ ਕੁਝ ਰੋਡ ਤੇ ਲੈ ਜਾਏਗਾ, ਉਦੋਂ ਦਰਿਆਵਾਂ ਛੱਡਦੇ ਨੇ, ਪੰਜਾਬੀ ਵਿਚਾਰੇ ਮਾਰਦੇ। ਇਹ ਸਾਡੇ ਪਿੱਛੇ ਨਾਜ਼ਰੀਨ ਦਰਿਆ ਮੌਜੂਦ ਹੈ, ਬਿਲਕੁਲ ਦਰਿਆ ਦੇ ਕੰਢੇ ਤੇ ਅਸੀਂ ਤਕਰੀਬਨ 5-10 ਫੁੱਟ ਪਿੱਛੇ ਖੜੇ ਹੋਏ ਹਾਂ। ਇਹ ਜਿਹੜਾ ਦਰਿਆ ਹੈ, ਇਹ ਦਰਿਆ ਨੇ ਇੱਥੇ ਇੰਨੇ ਕੁ ਨੁਕਸਾਨ ਕੀਤਾ ਹਾਲੀਆ ਕੁਝ ਸਾਲਾਂ ਦੇ ਵਿੱਚ, ਤੁਹਾਨੂੰ ਦੱਸ ਨਹੀਂ ਸਕਦੇ। ਇੱਥੋਂ ਦਾ ਕਿਸਾਨ ਬਿਲਕੁਲ ਪਿਸ ਚੁੱਕਿਆ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਉੱਤੋਂ ਫੇਰ ਉਹਨਾਂ ਵਾਰਨਿੰਗ ਦਿੱਤੀ ਹੈ ਵੀ ਸਲਾਬ ਦਾ ਦੁਬਾਰਾ ਤੋਂ ਖਤਰਾ ਹੈ। ਸਲਾਬ ਦਾ ਦੁਬਾਰਾ ਤੋਂ ਖਤਰਾ ਹੈ। ਵੈਸੇ ਵੀ ਹੁਣ ਜਿਹੜੇ ਬੰਨ ਵਗੈਰਾ ਨੇ, ਹਵਾਸਤੀ ਇਕਦਾਮਾਤ ਨੇ, ਇਹਨਾਂ ਦੀ ਖਸਤਾ ਹਾਲ ਹੋ ਚੁੱਕੀ ਹੈ, ਬਿਲਕੁਲ ਪ੍ਰੋਪਰ ਇਹਨਾਂ ਕੋਈ ਇੰਤਜ਼ਾਮ ਨਹੀਂ ਹੈ। ਸਭ ਤੋਂ ਵੱਡੀ ਗੱਲ, ਕਿਸਾਨ ਪੂਰਾ 1 ਸਾਲ ਹੋ ਗਿਆ ਕਿਸਾਨ ਦਾ ਗ੍ਰਾਫ ਥੱਲੇ ਹੀ ਜਾ ਰਿਹਾ। ਪਹਿਲੇ ਵਿਚਾਰਾ ਉਹ ਕੀ ਕਣਕਾਂ ਤੋਂ ਲਗਾ ਗਿਆ, ਮਕਈਆਂ ਤੋਂ ਲਗਾ ਗਿਆ, ਮਕਈਆਂ ਤੋਂ ਬਾਅਦ ਆਲੂਆਂ ਤੋਂ ਲਗਾ ਗਿਆ, ਆਲੂਆਂ ਤੋਂ ਬਾਅਦ ਹੁਣ ਫਿਰ ਦੁਬਾਰਾ ਟਿੰਡੇ ਵਿਚਾਰੇ ਲੱਗੇ ਨੇ ਤੇ ਬਾਰਿਸ਼ਾਂ ਆ ਗਈਆਂ। ਬਾਕੀ ਇੱਕ ਤਾਂ ਹਕੂਮਤ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ, ਲੇਕਿਨ ਉਸ ਤੋਂ ਇਲਾਵਾ ਕੁਦਰਤੀ ਆਫਤ ਐਸੀਆਂ ਆ ਰਹੀਆਂ, ਜੋ ਵੀ ਸਾਡੀ ਫਸਲ ਆਉਂਦੀ ਹੈ ਉਹ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਂਦੀ ਹੈ। ਪਹਿਲੇ ਸਾਡੇ ਆਲੂ ਹੈਗੇ ਸੀ, ਆਲੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਦੋਂ ਨਾਲ ਸਾਲਾਬਾਰੀ ਹੁੰਦੀ ਰਹੀ, ਗੜਾ ਡਿੱਗਦਾ ਰਿਹਾ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਲੇਕਿਨ ਜਦੋਂ ਫਸਲ ਬਚੀ ਹੈ, ਜਿਹੜੇ ਉਹ ਆਲੂਆਂ ਦੇ ਰੇਟ ਹੈਗੇ ਸੀ ਬਿਲਕੁਲ ਹੀ ਡਾਊਨ ਹੋ ਗਏ, ਕਿਸਾਨ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੋ ਗਿਆ ਸੀ। ਲੇਕਿਨ ਉਸ ਤੋਂ ਬਾਅਦ ਇਹ ਤੁਹਾਡੇ ਸਾਹਮਣੇ ਕਣਕ ਦੀ ਫਸਲ ਹੈਗੀ, ਕਣਕ ਦੀ ਫਸਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ, ਸਾਲਾਬਾਰੀ ਹੋ ਰਹੀ ਹੈ, ਉਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਸ ਤੋਂ ਇਲਾਵਾ ਮੱਕੀ ਦੀ ਫਸਲ ਲੱਗੀ ਹੋਈ ਹੈ, ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਕੁਦਰਤੀ ਆਫਤ ਦੇ ਬਾਰੇ ਵੀ ਕੋਈ ਸਾਡੇ ਨੋਟ ਕਰੋ ਵੀ ਇਹ ਕਿਸ ਵਜ੍ਹਾ ਤੋਂ ਇੰਨੀਆਂ ਮਤਲਬ ਵੱਧਦੀਆਂ ਜਾਂਦੀਆਂ, ਕੋਈ ਪ੍ਰੋਪਰ ਬਾਇਓਲੋਜੀਕਲ ਮੈਥਡ ਨਹੀਂ ਹੈਗਾ ਜਿਹਦੇ ਜ਼ਰੀਏ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਮੇਨ ਪ੍ਰੋਬਲਮ ਇਹਨਾਂ ਦੀ ਹੈ ਗਲੋਬਲ ਵਾਰਮਿੰਗ। ਅਸੀਂ ਹਰ ਇੱਕ ਚੀਜ਼, ਕਿਸੇ ਚੀਜ਼ ਤੇ ਕੰਟਰੋਲ ਅਸੀਂ ਪ੍ਰੋਪਰ ਕਰਦੇ ਨਹੀਂ ਪਿਆ, ਪੋਲੂਸ਼ਨ ਅਸੀਂ ਵਧਾਈ ਜਾ ਰਹੇ ਹਾਂ, ਠੀਕ। ਹੁਣ ਤੁਸੀਂ ਦੇਖ ਲਓ ਕਿਸੇ ਚੀਜ਼ ਦਾ ਵੀ ਤਾਲਮੇਲ ਬੈਠ ਹੀ ਨਹੀਂ ਰਿਹਾ, ਪਤਾ ਹੀ ਨਹੀਂ ਲੱਗਦਾ ਪਿਆ। ਰਾਤ ਨੂੰ ਬੰਦਾ ਚਾਦਰ ਲੈ ਕੇ ਸੌਂਦਾ ਤੇ ਸਵੇਰੇ ਗਰਮੀ ਕਦੀ ਸਰਦੀ, ਕੋਈ ਮਤਲਬ ਮੌਸਮ ਦਾ ਜਿਹੜਾ ਹੁੰਦਾ ਨਾ ਇੱਕ ਪ੍ਰੋਪਰ ਇੱਕ ਪ੍ਰਿਡਿਕਟੇਬਲ ਮੌਸਮ ਜਿਹੜਾ ਉਹ ਖਤਮ ਹੋ ਗਿਆ, ਕੁਛ ਨਹੀਂ ਪਤਾ ਲੱਗਦਾ ਪਿਆ। ਜਿਹੜਾ ਉਹਦੀ ਮੇਨ ਵਜ੍ਹਾ ਹੈ ਕਿ ਅਸੀਂ ਨਾ ਕੋਈ ਪੋਲੂਸ਼ਨ ਤੇ ਅਸੀਂ ਕੰਟਰੋਲ ਕਰਨੇ ਪਏ ਐਜ਼ ਏ ਨੇਸ਼ਨ, ਐਜ਼ ਏ ਗਲੋਬਲੀ ਵੀ ਅਗਰ ਵੇਖੀਏ ਤੇ ਸਾਡਾ ਕੋਈ ਧਿਆਨ ਨਹੀਂ, ਠੀਕ ਹੈ। ਤੇ ਉਹ ਟਰੰਪ ਸਾਹਿਬ, ਗੱਲ ਤਾਂ ਸਾਰੀ ਟਰੰਪ ਤੋਂ ਸ਼ੁਰੂ ਹੋਈ ਆਪਣੀ। ਉਹ ਕੀ ਕਹਿੰਦਾ, ਉਹਦਾ ਆਪਣਾ ਬਿਆਨ ਹੈ ਜਿਹੜੀ ਗਲੋਬਲ ਵਾਰਮਿੰਗ ਹੈ ਨਾ, ਜਿਹੜੀ ਆਖਿਆ ਜਾਂਦਾ ਹੈ, ਤੇ ਆ ਜਿਹੜੀ ਹੈਗੀ ਹੈ ਦੂਜੀ ਉਹ ਗਲੋਬਲ ਜਿਹੜੀ ਹੈਗੀ ਹੈ NCO ਹੈ, ਜਿਹੜੀ ਹੁੰਦੀ ਹਿਊਮਨ ਰਾਈਟਸ ਦੀ, ਉਹਨਾਂ ਦਾ ਸਾਰਾ ਜਿਹੜਾ ਨਾ ਇਹ ਐਵੇਂ ਪੰਗਾ ਹੀ ਹੈ। ਇਹ ਬਸ ਨਾ ਹਵਾਈਆਂ, ਕੋਈ ਇਹਨਾਂ ਦਾ ਕੰਮ ਨਹੀਂ ਹੈਗਾ, ਕੋਈ ਮਕਸਦ ਨਹੀਂ ਹੈਗਾ, ਐਵੇਂ ਲੋਕਾਂ ਨੂੰ ਬੇਵਕੂਫ ਬਣਾਉਣਾ। ਉਹਦੀ ਤਾਂ ਤੁਸੀਂ ਗੱਲ ਛੱਡੋ ਨਾ, ਉਹ ਤਾਂ ਸਾਈਕੋਮੈਟ੍ਰਿਕ ਮਰੀਜ਼ ਹੈਗੇ ਆ, ਉਹਦੇ ਬਾਰੇ ਤੁਸੀਂ ਗੱਲ खत्म कर दो। जी नाज़रीन, ये थे एहसन तारक गिल जो कि हमारे साथ मौजूद थे। उर्दू से मैं पंजाबी पे आता हूँ। साडा बहुत अच्छा दोस्त, UET लाहौर से ग्रेजुएट हैं, हर चीज़ के बारे में इनका वसी नॉलेज है। तो आज हमने जो भी हमारे मामला चल रहे हैं इस दुनिया में, इस पाकिस्तान में, तो हमने कोशिश की कि उनको डिस्कस किया जाए। आपसे मुलाकात होगी किसी अगली वीडियो में, तब तक अल्लाह हाफ़िज़।